ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਵੱਜ ਕੇ ਢੋਲ ਤੋੜਤੇ ਰਿਕਾਰਡ, ਕੀ ਕਹਿਣਾ ਚਾਹੋਗੇ? जी शुक्रिया जी। हाँ जी बहुत वधिया जित होई आम आदमी पार्टी की। ते बस आपां तां की कहना चाहना हुण ओही कहणगे जो कहणगे उन्हां ने कहना। देखो लोकां ने कह दित्ता, लोकां ने अपना फतवा दे दित्ता है। हुण जो भी कहना जो भी करना है वो करना है आम आदमी पार्टी ने। तां लैट्स सी असीं एक वेला देने हुंदे, एक वकफा देने हुंदे आ कि सारियां दा कहदा है कि एक हनीमून पीरियड हुंदा, ओवर होएगा, आपदी सुख सांद लाओ जिथे भी लाउणी है, उस तो बाद आओ मैदान दे विच ਅਸੀਂ ਫਿਰ ਉਸੇ ਮੋੜ ਤੇ ਟੱਕਰਾਂਗੇ ਤੁਹਾਨੂੰ। ਜਿਵੇਂ ਦੂਜਿਆਂ ਨਾਲ ਗੱਲਬਾਤ ਕਰਦੇ ਹੁੰਦੇ ਸੀ, ਚੰਗਾ ਕਰੋਗੇ ਚੰਗਾ, ਮੰਦਾ ਕਰੋਗੇ ਭਾਈ ਤਾਂ ਉਸੇ ਲਿਹਾਜ਼ ਦੇ ਨਾਲ ਤੁਹਾਡੀ ਵੀ ਆਲੋਚਨਾ ਹੋਏਗੀ। ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਆਇਆ 2024 ਦੇ ਨਤੀਜੇ ਵੀ ਨਾਲ ਤੈਅ ਹੋਏ ਨੇ, ਕੀ ਕਹਿਣਾ ਚਾਹੋਗੇ? ਦੇਖੋ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ 2024 ਵਾਲਾ ਨਤੀਜਾ ਜਿਹੜਾ ਉਹ ਹੁਣ ਤੋਂ ਤੈਅ ਕਰਕੇ ਚੱਲ ਰਹੇ ਨੇ, ਤਾਂ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਚਾਨਣ ਹੋ ਗਿਆ, ਇਸ ਗੱਲ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਸ਼ਾਇਦ ਅਗਾਊ ਵੀ ਅੰਦਾਜ਼ਾ ਹੋਏਗਾ ਕਿ ਜੇ ਯੂਪੀ ਅਸੀਂ ਜਿੱਤ ਲੈਨੇ ਤਾਂ ਸਾਡੇ ਵਾਸਤੇ ਰਸਤਾ ਜਿਹੜਾ ਉਹ ਠੀਕ ਠਾਕ ਰਹੇਗਾ। ਕਿ ਔਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਯੂਪੀ 'ਚ ਹਾਲਾਂਕਿ ਸਮਾਜਵਾਦੀਆਂ ਦਾ ਮਤਲਬ ਕਿ ਬੜਾ ਬੋਲਬਾਲਾ ਹੋ ਗਿਆ ਸੀਗਾ, ਪਰ ਲੱਗਦਾ ਸੀਗਾ ਕਿ ਭਾਜਪਾ ਨੂੰ ਉੱਥੋਂ ਹਿਲਾਉਣਾ ਜਿਹੜਾ ਉਹ ਇਹਨਾਂ ਦੇ ਵੱਸ ਦਾ ਰੋਗ ਹਾਲੇ ਨਹੀਂ ਹੈਗਾ। ਸੋ ਸਾਰਿਆਂ ਦੇ ਸਾਹਮਣੇ ਨਤੀਜਾ ਬੇਸ਼ੱਕ ਉਹਨਾਂ ਦਾ ਨੁਕਸਾਨ ਹੋਇਆ ਵਾ, ਤਕਰੀਬਨ ਮੈਨੂੰ ਲੱਗਦਾ ਕਿ ਇਹਨਾਂ ਦਾ 52 ਸੀਟਾਂ ਦਾ ਨੁਕਸਾਨ ਹੋਇਆ, ਸਪਾ ਵਾਲਿਆਂ ਦਾ 77 ਦਾ ਫਾਇਦਾ ਹੋਇਆ, ਪਰ ਬਾਵਜੂਦ ਇਸ ਤੇ ਉਹ ਕਾਬਜ਼ ਹੋ ਗਏ ਨੇ। ਉੱਤਰਾਖੰਡ ਦੇ ਵਿੱਚ ਦੇਖ ਲਓ, ਮੰਨਿਆ ਜਾ ਰਿਹਾ ਸੀਗਾ ਕਿ ਨੈਕ ਟੂ ਨੈਕ ਫਾਈਟ, ਕਾਂਗਰਸ ਪੱਛਲ ਵੀ ਉੱਥੇ 47 ਸੀਟਾਂ ਲੈ ਗਏ, 70 ਦੇ ਵਿੱਚੋਂ ਭਾਜਪਾ। ਗੋਵਾ ਦੇਖ ਲਓ, ਭਾਜਪਾ 20 ਲੈ ਗਏ, ਆਪਦੀ ਮੈਜੋਰਟੀ ਲੈ ਗਈ। ਫਿਰ ਮਨੀਪੁਰ ਦੇ ਵਿੱਚ ਤਾਂ ਵਨ ਸਾਈਡਡ ਗੇਮ, ਕਾਂਗਰਸ 5 ਤੇ ਹੀ ਰਹਿ ਗਈ, ਕਿੱਥੇ ਮਨੀਪੁਰ ਦੇ ਵਿੱਚ ਲੰਬਾ ਸਮਾਂ ਇਹਨਾਂ ਨੇ ਰਾਜ ਕੀਤਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਆ ਕਿ ਉਹ ਇਹ ਕਹਿ ਰਹੇ ਆ ਕਿ ਇੱਕ ਤਰ੍ਹਾਂ ਨਾਲ ਇਹ ਕੁਆਟਰ ਫਾਈਨਲ ਸੀ, ਉਹ ਅਸੀਂ ਜਿੱਤ ਲਿਆ ਤੇ ਉਹਦੇ ਵਿੱਚ ਕੁਆਟਰ 'ਚ ਸਾਨੂੰ ਕੋਈ ਮੁਕਾਬਲਾ ਹੀ ਨਹੀਂ ਮਿਲਿਆ। ਸੈਮੀ ਫਾਈਨਲ ਕਦੋਂ ਹੋਏਗਾ? ਸੈਮੀ ਫਾਈਨਲ ਹੋਏਗਾ ਹੁਣ ਹਿਮਾਚਲ ਤੇ ਜਿਹੜਾ ਗੁਜਰਾਤ ਵਾਲਾ ਇਲੈਕਸ਼ਨ ਹੋਏਗਾ। ਇਹ ਅਗਲੇ ਸਾਲ ਚੜ੍ਹਦੇ ਸਾਲ ਹੀ ਉਹ ਇਲੈਕਸ਼ਨ ਹੋਏਗਾ, ਉਹ ਹੋਏਗਾ ਸੈਮੀ। ਪਰ ਕਿਉਂਕਿ ਉੱਥੇ ਭਾਜਪਾ ਮਜ਼ਬੂਤ ਆ, ਚਾਹੇ ਗੁਜਰਾਤ ਹੈ ਚਾਹੇ ਇੱਥੇ ਹਿਮਾਚਲ ਆ, ਉੱਥੇ ਪਹਿਲਾਂ ਤੋਂ ਮਜ਼ਬੂਤ ਆ। ਪਹਿਲਾਂ ਤੋਂ ਮਜ਼ਬੂਤ ਤੋਂ ਭਾਵ ਕੀ ਹੈ ਕਿ ਉੱਤਰਾਖੰਡ ਦੇ ਵਿੱਚ ਜਾਂ ਯੂਪੀ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਰਵਾਇਤ ਬਣੀ ਹੁੰਦੀ ਆ ਕਿ ਇੱਕੋ ਪਰ ਇਹਨਾਂ ਸਟੇਟਾਂ ਦੇ ਵਿੱਚ ਭਾਜਪਾ ਬਿਲਕੁਲ ਜੇ ਕਹਿ ਲਈਏ ਤਾਂ ਮਜ਼ਬੂਤੀ ਨਾਲ ਡਟੀ ਹੋਈ ਆ। ਸੋ ਇਸ ਕਰਕੇ ਉਹ ਮੰਨ ਰਹੇ ਆ ਕਿ ਕੁਆਟਰ ਫਾਈਨਲ, ਉਸ ਤੋਂ ਬਾਅਦ ਸੈਮੀ ਫਾਈਨਲ ਵੀ ਸ਼ਾਇਦ ਅਸੀਂ ਕੱਢ ਦਿਆਂਗੇ, ਤਾਂ ਫਾਈਨਲ ਤਾਂ ਫਿਰ ਸਾਨੂੰ ਰੋਕਣਾ ਹੀ ਪੈਣਾ ਆ। ਸੋ ਇਸ ਕਰਕੇ ਉਹਨਾਂ ਦੇ ਮਾਇੰਡ ਦੇ ਵਿੱਚ ਇਹ ਚੀਜ਼ ਚੱਲ ਰਹੀ ਆ ਕਿ ਹਾਲੇ ਵੀ ਕਾਂਗਰਸ ਸਾਨੂੰ ਕਿਤੇ ਵੀ ਮੁਕਾਬਲਾ ਦਿੰਦੀ ਨਜ਼ਰ ਨਹੀਂ ਆ ਰਹੀ। ਤਕਰੀਬਨ ਲਾ ਲਓ ਕਿ ਹੁਣ 8 ਸਾਲ ਹੋ ਗਏ ਆ, 14 ਦਾ ਇਹ ਕੰਮ ਸ਼ੁਰੂ ਹੋਇਆ ਸੀਗਾ ਤੇ 14 ਤੋਂ ਬਾਅਦ ਕਾਂਗਰਸ 8 ਸਾਲਾਂ ਦੇ ਵਿੱਚ ਇੱਕ ਮਜ਼ਬੂਤ ਵਿਰੋਧੀ ਧਿਰ ਨਹੀਂ ਬਣ ਪਾ ਰਹੀ। ਔਰ ਤੁਸੀਂ ਦੇਖਿਆ ਹੀ ਹੈ ਕਾਂਗਰਸ ਦਾ ਹਸ਼ਰ ਕੀ ਹੋਇਆ, ਪੰਜਾਬ ਗਵਾ ਲਿਆ, ਉੱਤਰਾਖੰਡ ਦੇ ਵਿੱਚ ਕੁਛ ਨਹੀਂ ਕਰ ਸਕੇ। ਈਵਨ ਦੋ ਕਿ ਗੋਆ ਦੇ ਵਿੱਚ ਇਹਨਾਂ ਨੇ ਪਿਛਲੀ ਵਾਰੀ ਲਾਰਜੈਸਟ ਪਾਰਟੀ ਬਣ ਕੇ ਇੱਕ ਤਰ੍ਹਾਂ ਨਾਲ ਉਮੀਦ ਜਗਾਈ ਸੀਗੀ। 17 ਜਿੱਤ ਗਏ ਸਨ, 3 ਚਾਹੀਦੇ ਸੀ, ਉਹਨਾਂ ਕੋਲ 13 ਸੀ, ਉਹਨਾਂ ਨੇ 7 ਦਾ ਜੁਗਾੜ ਕਰ ਲਿਆ ਰਾਤੋਂ ਰਾਤ, ਇਹਨਾਂ ਕੋਲ 3 ਦਾ ਨਹੀਂ ਹੋਇਆ ਤਾਂ ਗੋਆ ਵੀ ਇੱਥੋਂ ਚਲੇ ਗਿਆ। ਸੋ ਇਸ ਕਰਕੇ ਕਾਂਗਰਸ ਦਾ ਜੀ ਤੇ ਮੇਰਾ ਖਿਆਲ ਹੈ ਕਿ ਮੇਰਾ ਮੰਨਣਾ ਹੈ ਕਿ ਸਮਾਂ ਜਿਹੜਾ ਬਹੁਤ ਬੁਰਾ ਸ਼ੁਰੂ ਹੋਣ ਵਾਲਾ ਹੈ। G23 ਫਿਰ ਉਭਰੇਗਾ, ਰਾਹੁਲ ਗਾਂਧੀ ਦੀ ਲੀਡਰਸ਼ਿਪ ਤੇ ਫਿਰ ਸਵਾਲ ਖੜੇ ਹੋਣਗੇ, ਤਾਂ ਉਹਦਾ ਫਾਇਦਾ ਕਿਹਨੂੰ ਮਿਲਣਾ? ਉਹਦਾ ਫਾਇਦਾ ਮਿਲਣਾ ਭਾਜਪਾ ਨੂੰ। ਇਸੇ ਕਰਕੇ ਕਹਿ ਰਹੇ ਕਿ 2024 ਦੇ ਨਤੀਜੇ ਜਿਹੜੇ ਆ ਉਹ ਤੈਅ ਹੋ ਗਏ ਆ, ਪਰ ਇਹ ਨਤੀਜੇ ਤੈਅ ਹੋਏ ਆ, ਨਤੀਜੇ ਆਏ ਨਹੀਂ। ਇਹਨਾਂ ਨਤੀਜਿਆਂ ਦੇ ਵਿੱਚ ਇੱਕ ਚਿਹਰਾ ਸਾਨੂੰ ਵੇਖਣ ਨੂੰ ਮਿਲ ਸਕਦਾ, ਉਹ ਹੈ ਅਰਵਿੰਦ ਕੇਜਰੀਵਾਲ ਜੀ। 9058131320 9058131320 ਆਪ ਦੇ ਕਈ ਉਮੀਦਵਾਰ ਪੰਜਾਬ ਦੇ ਵਿੱਚ ਬਹੁਤ ਵੱਡੇ ਫਰਕ ਨਾਲ ਜਿੱਤੇ ਨੇ। ਇਸ ਨੂੰ ਕਿਸ ਸੰਦਰਭ 'ਚ ਲੈਂਦੇ ਹੋ ਕਿ ਲੀਡ ਕਾਫੀ ਵੱਡੀ ਹੈ ਔਰ ਵੱਡੇ ਵੱਡੇ ਮਹਾਰਥੀ ਜਿਹੜੇ ਨੇ ਮੁੱਦੇ ਮੂੰਹ ਡਿੱਗੇ ਨੇ, ਜਿਨ੍ਹਾਂ ਦੇ ਵਿੱਚ ਨਾਂ ਲੈਣੇ ਸ਼ੁਰੂ ਕਰੀਏ ਤਾਂ ਪੰਥ ਰਤਨ ਫਕਰੇ ਕੌਮ, ਸਾਰਾ ਪਰਿਵਾਰ ਹੀ
कैरों परिवार भी, अपना भी परिवार, बेटा भी, बाप भी, और जे उन्हां दे विचों सिर्फ ते सिर्फ जेकर देखीए तां नवां चेहरा सी, उत्थे भी टिकट निकल सकदी सी। दो भरावां दे आपस विच ना सिंग फसे हुंदे, लाली मजीठीए ते जग्गे मजीठीए दे, कुछ ना फर्क कढ़ सकदी सी सीट जेकर परिवार आपस विच ना उलझिया हुंदा। उत्थे बिक्रमजीत सिंह मजीठी की धर्म पत्नी जीती, और आप दे कई उम्मीदवार बहुत वड्डे फर्क नाल कई हलकों के जिते ने, और दुआबे का एक जिला है जिथे आप बेअसर भी रही है। की कहना चाहोगे? को जिथों तक सवाल है ना कि विक्टरी मार्जिन का कि बहुत वड्डी एक जित के रूप च साडे सामने है। रामन अरोड़ा 75,277 वोटां दे जिते, 75,277 आंकड़ा भी दिलचस्प है, 75,277। बठिंडा तो जगरूप सिंह गिल जिहड़े किसी समय फाइनेंस मिनिस्टर के साथी 63,581 वोटां नाल जिते आ। मानसा तो ਜਿਹੜੇ ਆਪ ਦੇ ਵਿਜੇ ਸਿੰਗਲਾ, ਸਿੱਧੂ ਮੂਸੇਵਾਲਾ ਜਾਂ ਜਿੱਥੇ ਹੋਰ ਵੀ ਹੈਗੇ ਸੀਗੇ ਉਹਨਾਂ ਦੇ ਮੁਕਾਬਲੇਬਾਜ਼ 63,323 ਵੋਟਾਂ ਨਾਲ ਜਿੱਤਦੇ ਆ। ਧੂਰੀ ਤੋਂ ਭਗਵੰਤ ਮਾਨ ਮੇਰੇ ਖਿਆਲ ਦੇ ਨਾਲ 58,206 ਵੋਟਾਂ ਨਾਲ ਜਿੱਤੇ ਆ। ਗਿੱਲ ਤੋਂ ਜੀਵਨ ਸਿੰਘ 57,644 ਨਾਲ। ਪਟਿਆਲਾ ਦਿਹਾਤੀ ਤੋਂ ਡਾਕਟਰ ਬਲਵੀਰ ਸਿੰਘ 53,474 ਵੋਟਾਂ ਨਾਲ। ਦੇਵ ਮਾਨ ਜਿਹੜੇ ਪਿਛਲੀ ਵਾਰੀ ਬੁਰੀ ਤਰ੍ਹਾਂ ਹਾਰ ਗਏ ਸਨ 52,600 ਵੋਟਾਂ ਨਾਲ ਜੇਤੂ ਰਹੇ। ਨਾਭੇ ਤੋਂ ਬਲਾਡੇ ਤੋਂ ਆਪ ਦੇ ਬੁੱਧਰਾ 51,691 ਵੋਟਾਂ ਨਾਲ। ਸ਼ਤਰਾਣਾ ਤੋਂ ਆਪ ਦੇ ਜਿਹੜੇ ਉਮੀਦਵਾਰ ਸੀ ਕੁਲਵੰਤ ਸਿੰਘ ਬਾਜੀਗਰ, ਹਾਲਾਂਕਿ ਮੈਂ ਨਹੀਂ ਕਹਿ ਰਿਹਾ, ਉਹਨਾਂ ਦੇ ਨਾਮ ਦੇ ਨਾਲ ਲੱਗਦਾ ਬਾਜੀਗਰ, ਤਾਂ 51,554 ਵੋਟਾਂ ਦੇ ਨਾਲ ਉਹ ਜੇਤੂ ਰਿਹਾ। ਦੜਬਾ ਤੋਂ ਹਰਪਾਲ ਸਿੰਘ ਚੀਮਾ 50,655 ਵੋਟਾਂ ਨਾਲ। ਤੁਚੋ ਮੰਡੀ ਤੋਂ ਮਾਸਟਰ ਜਗਜੀਤ ਸਿੰਘ ਪਿਛਲੀ ਵਾਰੀ ਮੇਰੇ ਖਿਆਲ ਦੇ ਨਾਲ ਕੁਝ ਕੁ 100 ਵੋਟਾਂ ਨਾਲ ਰਹਿ ਗਏ ਸਨ। ਇਸ ਵਾਰੀ ਉਹਨਾਂ ਨੇ ਗੇਮ ਪਲਟਦਿਆਂ 50,212 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ। ਤਾਂ ਮਤਲਬ ਇਹ ਕਿੰਨੀਆਂ ਹੋ ਗਈਆਂ? 1 2 3 4 5 6 7 8 9 10 ਤੇ 11, ਯਾਨੀ 12 ਦੇ ਕਰੀਬ, ਦਰਜਨ ਦੇ ਕਰੀਬ ਐਸੀਆਂ ਸੀਟਾਂ ਨੇ ਜਿਨ੍ਹਾਂ ਤੇ ਵਿਕਟਰੀ ਮਾਰਜਨ ਜਿਹੜਾ ਹੈ ਉਹ 50,000 ਪਲੱਸ ਹੈ, 50,000। ਤਾਂ ਇਹਦਾ ਮਤਲਬ ਕੀ ਨਿਕਲਦਾ ਹੈ? ਇਹ ਆંકੜਿਆਂ ਦੇ ਵਿੱਚੋਂ ਬਹੁਤ ਕੁਝ ਤੁਹਾਨੂੰ ਖੰਗਾਲਣ ਨੂੰ ਮਿਲਦਾ। ਜੇ ਆંકੜਿਆਂ ਨੂੰ ਦੇਖੋਗੇ ਤਾਂ ਇਹਦਾ ਮਤਲਬ ਕੀ ਹੈ ਕਿ ਉਸ ਵੇਲੇ ਜਿਸ ਵੇਲੇ ਮਲਟੀ ਕਾਰਨਰ ਟੱਕਰ ਹੋ ਰਹੀ ਸੀਗੀ, ਕਿਸੇ ਥਾਂ ਤੇ 4 ਕੋਨੀ 5 ਕੋਨੀ 6 ਕੋਨੀ ਦੀ ਗਈ, ਤਾਂ ਉਸ ਸਮੇਂ ਦੇ ਵਿੱਚ ਮਲਟੀ ਕਾਰਨਰ ਟੱਕਰ ਦੇ ਵਿੱਚ ਜੇ ਇਸ ਤਰ੍ਹਾਂ ਦੇ ਵਿਕਟਰੀ ਮਾਰਜਨ ਨਿਕਲ ਰਹੇ ਨੇ ਤਾਂ ਇਹ ਫਿਰ ਮੰਨਣ ਵਾਲਾ ਚਾਹੀਦਾ ਕਿ ਇੱਥੇ ਸਭ ਕੁਝ ਟੁੱਟ ਗਿਆ। ਜੋ ਵੀ ਮਿੱਥਾਂ ਸਨ, ਜੋ ਵੀ ਇੱਕ ਡਿਵੀਜ਼ਨ ਹੁੰਦੀ ਹੈ ਵੋਟ ਦੀ, ਕਿ ਐਸਸੀ ਦੀ ਵੋਟ ਕਿੱਧਰ ਜਾਏਗੀ, ਜੱਟ ਦੀ ਵੋਟ ਕਿੱਧਰ ਜਾਏਗੀ, ਡੇਰਿਆਂ ਦੀ ਕਿੱਧਰ ਜਾਏਗੀ, ਐਸਾ ਸਭ ਲੀਕ ਫਿਰ ਜਾਂਦੀ ਹੈ। ਇਹਦੇ ਤੇ ਕਾਂਟੇ ਵੱਜ ਜਾਂਦੇ ਆ। ਇਹ ਸਭ ਜਿਹੜੇ ਅਸੀਂ ਪਿਛਲੇ ਡਾਟੇ ਫੋਲਦੇ ਰਹੇ ਕਿ ਕਿਹਦੀ ਵੋਟ ਕਿਹਨੂੰ ਜਾਊਗੀ, ਉਹ ਸਭ ਬੇਕਾਰ ਗਏ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸਾ ਝੱਖੜ ਝੁੱਲਿਆ ਜਿਹਦੇ ਵਿੱਚ ਕੁਛ ਨਹੀਂ ਦੇਖਿਆ ਗਿਆ, ਬਸ ਸਾਰਾ ਕੁਛ ਮਤਲਬ ਕਿ ਰਗੜ ਕੇ ਰੱਖ ਦਿੱਤਾ ਗਿਆ। ਇਹ ਵਿਕਟਰੀ ਮਾਰਜਨ ਇਸ ਗੱਲ ਤੇ ਮੋਹਰ ਲਾਉਂਦੇ ਆ ਕਿ ਆਮ ਆਦਮੀ ਪਾਰਟੀ ਦੀ ਪਹਿਲਾਂ ਜਿਹਨੂੰ ਅੰਡਰ ਕਰੰਟ ਕਹਿੰਦੇ ਸੀ, ਅੰਡਰ ਕਰੰਟ ਸੀ, ਪਰ ਬਾਅਦ ਦੇ ਵਿੱਚ ਐਸਾ ਅਪਰ ਕਰੰਟ ਬਣਿਆ ਜਿੰਨੇ ਤੇ ਤਸੱਲੀ ਕਰਵਾ ਦੇ ਪੂਰੀ 440 ਵੋਲਟ ਦੀ। ਅੱਛਾ, ਬੜੀਆਂ ਹੁਣ ਨਾ ਜੁਗਲਬੰਦੀਆਂ ਬੜੀਆਂ ਹੋ ਰਹੀਆਂ ਨੇ। ਜਿਹੜੇ ਹਾਰੇ ਹੋਏ ਕੈਂਡੀਡੇਟ ਨੇ ਉਹਨਾਂ ਨੂੰ ਅਨੈਲਿਸਿਸ ਕਰਨ ਦਾ ਮੌਕਾ ਮਿਲੇਗਾ, ਔਰ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਤਾਂ ਫਿਰ ਕਹਿੰਦੇ ਜੋ ਸੇਵਾ ਦਾ ਮੌਕਾ ਦਿੱਤਾ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਪਤਾ ਨਹੀਂ ਲੱਗਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸੋਸ਼ਲ ਨੈਟਵਰਕ ਮੀਡੀਆ ਬੜਾ ਛਾਇਆ ਪਿਆ, ਔਰ ਮਨਪ੍ਰੀਤ ਦੇ ਹਾਰਨ ਦੇ ਉੱਤੇ, ਮਨਪ੍ਰੀਤ ਬਾਦਲ ਦੇ ਹਾਰਨ ਤੇ ਪਟਾਕੇ ਚੱਲਣ ਦੀਆਂ ਖਬਰਾਂ ਆ ਰਹੀਆਂ। ਪਰੰਤੂ ਕਹਿੰਦੇ ਨੇ ਕਿ ਪਹਿਲਾਂ ਮੇਰਾ ਸਹੁਰਾ ਹਾਰਿਆ ਫੇਰ ਹਾਰਿਆ ਸਾਡਾ ਜਵਾਈ। ਪਹਿਲਾਂ ਮੇਰਾ ਸਹੁਰਾ ਹਾਰਿਆ ਫੇਰ ਹਾਰਿਆ ਸਾਡਾ ਜਵਾਈ, ਅੰਤ ਵਿੱਚ ਮੇਰਾ ਭਾਈ ਹਾਰਿਆ ਨਾਲੇ ਹਾਰ ਗਿਆ ਸਿਰ ਦਾ ਸਾਈਂ ਬੁੱਝੋ ਕੌਣ। ਲੋਕੀ ਤੇ ਬੁਝਾਰਤਾਂ ਬਣਾਉਣ ਲੱਗ ਪਏ ਨੇ, ਪਰ ਇਹਨਾਂ ਨੂੰ ਵੀ ਸਹਿਜ ਦੇ ਵਿੱਚ ਪਾਰਟੀਆਂ ਦੇ ਕਰਿੰਦੇ ਜਿਹੜੇ ਨੇ ਲੈਂਦੇ ਨੇ, ਔਰ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਤਰੀਕੇ ਨਾਲ ਵਾਹ ਲਾਈ, ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਵੋਟ ਬੈਂਕ ਜਿਹੜਾ ਵਾ ਖਿੱਚਣ ਦੀ ਕੋਸ਼ਿਸ਼ ਕੀਤੀ। ਪੈਸਾ ਵੀ ਕਹਿੰਦੇ ਖੂਬ ਚੱਲਿਆ, LCD ਵੀ ਚੱਲੀਆਂ, 20 ਦਾ ਨੋਟ ਚੱਲਿਆ, ਪੇਟੀਆਂ ਚੱਲੀਆਂ 20 ਦੇ ਨੋਟ ਦੀਆਂ। ਪਰ ਕੁਛ ਲੋਕ ਤਾਂ ਸ਼ਰੇਆਮ ਹੀ ਮਿੰਟੂ ਜੀ ਕੈਮਰੇ ਦੇ ਅੱਗੇ, ਪਤਾ ਨਹੀਂ ਜਾਂ ਤਾਂ ਉਹਨਾਂ ਨੂੰ ਪੱਤਰਕਾਰ ਕਹਿ ਦਿੰਦਾ ਸੀ ਜਾਂ ਵੀਡੀਓ ਬਣਾਉਣਾ ਕਹਿ ਦਿੰਦਾ ਸੀ, ਪੈਸੇ ਕਿੱਥੋਂ ਲੈ, ਕਹਿੰਦੇ ਪੈਸੇ ਫਲਾਣੇ ਦੇ ਲੈ, ਤੇ ਵੋਟ ਕਿਹਨੂੰ ਪਾਈ?
ਵੋਟ ਕਹਿੰਦਾ ਝਾੜੂ ਨੂੰ ਪਾਈ। ਦਾਰੂ ਕਿਹਦੀ ਪੀਤੀ ਹੈ? ਦਾਰੂ ਫਲਾਣੇ ਦੀ ਪੀਤੀ ਹੈ। ਵੋਟ ਕਿਹਨੂੰ ਪਾਈ? ਝਾੜੂ ਨੂੰ ਪਾਈ। ਕਾਲਰ ਨੇ ਮੇਰੇ ਨਾਲ ਮਨਪ੍ਰੀਤ ਬਾਦਲ ਹੁਣਾਂ ਦੇ ਹਾਰਨ ਤੇ ਪਟਾਕੇ ਚੱਲਣ ਦੀਆਂ ਖਬਰਾਂ ਨੇ, ਪਰੰਤੂ ਉਸ ਤੋਂ ਪਹਿਲਾਂ ਕਾਲ ਲੈ ਲੈਣਾ ਜੀ। ਵੈਲਕਮ ਜੀ। ਹੈਲੋ, ਹਾਂਜੀ। ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਇਸ ਵਾਰੀ ਜਿੰਨੇ ਵੀ ਪੁਰਾਣੇ ਮੁੱਖ ਮੰਤਰੀ ਵੀਰ ਜੀ ਇੱਕ ਹੈਲੋ ਕਾਲਰ, ਤੁਹਾਡੇ ਅੱਗੇ ਇੱਕ ਰਿਕੁਐਸਟ ਆ ਮੇਰੀ, ਪਲੀਜ਼ ਇਹਨੂੰ ਠੰਬੇ ਨਾਲ ਲੈਣਾ। ਤੁਹਾਡੀ ਆਵਾਜ਼ ਨਹੀਂ ਕਲੀਅਰ ਸੁਣਦੀ ਹੁੰਦੀ। ਤੁਸੀਂ ਪਹਿਲਾਂ ਵੀ ਫੋਨ ਕੀਤਾ, ਉਦੋਂ ਵੀ ਜਾਂ ਤਾਂ ਤੁਸੀਂ ਸਪੀਕਰ ਫੋਨ ਲਾਇਆ ਹੋਇਆ ਹੈ ਨਾ, ਜਾਂ ਥੋੜਾ ਜਿਹਾ ਮਾਊਥ ਨੂੰ ਦੇ ਲਾਗੇ ਕਰ ਲਿਆ ਕਰੋ ਆਪਣਾ ਸਪੀਕਰ ਨੂੰ, ਜਿਹੜਾ ਤੁਸੀਂ ਜਦੋਂ ਬੋਲਦੇ ਆ। ਪਲੀਜ਼ ਰਿਕੁਐਸਟ ਹੀ ਆ। ਹੈਲੋ, ਹਾਂਜੀ, ਹੁਣ ਦੱਸੋ। ਹਾਂਜੀ ਚਲੋ ਕੋਈ ਗੱਲ ਨਹੀਂ, ਕਰ ਲਓ ਤੁਸੀਂ ਸਵਾਲ, ਮੈਂ ਪਹੁੰਚਾ ਦੇਵਾਂਗਾ। ਹਾਂਜੀ, ਮੈਂ ਇਹ ਵੀ ਪੁੱਛਣਾ ਚਾਹੁੰਦਾ ਸੀ ਕਿ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਇਸ ਵਾਰੀ ਸਾਬਕਾ ਮੁੱਖ ਮੰਤਰੀ ਖੜੇ ਸੀ ਜਾਂ ਪ੍ਰੈਜ਼ੈਂਟ ਵੀ ਸੀਗੇ ਜਾਂ ਉਪ ਮੁੱਖ ਮੰਤਰੀ ਖੜੇ ਸੀ, ਉਹ ਸਾਰੇ ਦੇ ਸਾਰੇ ਹਾਰ ਗਏ। ਹਾਂਜੀ, ਹਾਰ ਗਏ। ਕਦੇ ਭਾਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਵੀਰ। ਪਹਿਲੀ ਵਾਰੀ ਹੋਇਆ ਵੀਰ ਤੁਹਾਡੀ ਆਵਾਜ਼ ਨਹੀਂ ਆ ਰਹੀ, ਕਲੀਅਰ ਨਹੀਂ ਆ ਰਹੀ ਤੁਹਾਡੀ ਆਵਾਜ਼। ਨਹੀਂ ਦੇਖੋ, ਉਪ ਮੁੱਖ ਮੰਤਰੀ ਜਿੱਤਿਆ ਵੀ ਹੈ, ਸੁਖਜਿੰਦਰ ਸਿੰਘ ਰੰਧਾਵਾ ਜਿੱਤ ਗਿਆ। ਉਹ ਜਿੱਤਿਆ। ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ ਬ੍ਰਦਰ, ਦੁਬਾਰਾ ਕਾਲ ਕਰ ਲਓ। ਮੈਂ ਸਵਾਲ ਸੁਣ ਲਿਆ ਜਿਨ੍ਹਾਂ ਦਾ, ਮੈਂ ਦੱਸ ਦੇਣਾ। ਤਿੰਨ ਸਾਬਕਾ ਮੁੱਖ ਮੰਤਰੀ ਹਾਰੇ ਨੇ, ਬੀਬੀ ਭੱਠਲ, ਬਾਦਲ, ਅਮਰਿੰਦਰ ਸਿੰਘ ਤੇ ਇੱਕ ਮੌਜੂਦਾ ਸੀਐਮ। ਪਰ ਇੱਕ ਰਿਕਾਰਡ ਆ ਕਿ ਇੱਕ ਸੀਐਮ ਦੋ ਥਾਵਾਂ ਤੋਂ ਹੀ ਹਾਰ ਗਿਆ। ਹਾਂ, ਉਹਦੇ ਬਾਰੇ ਤੁਸੀਂ ਜਿਹੜੀ ਪੋਸਟ ਪਾਈ ਹੈ ਵੀ ਚੱਲ ਜਾ ਕੇ ਕਿਤੇ ਕੌਂਸਲਰ ਦੀ ਚੋਣ ਲੜ ਕੇ ਨਵਾਂ ਆਧਾਰ ਕਾਰਡ ਬਣਾਈਏ, ਉੱਤੇ ਵੀ ਟਿੱਪਣੀਆਂ ਪੜਨ ਨੂੰ ਮਿਲ ਰਹੀਆਂ ਨੇ। ਵਿਅੰਗ ਤੁਸੀਂ ਵੀ ਕਰ ਲੈਂਦੇ ਹੋ। ਮਨਪ੍ਰੀਤ ਬਾਦਲ ਹੁਣਾਂ ਦੇ ਹਾਰਨ ਤੇ ਪਟਾਕੇ ਚੱਲਣ ਦੀਆਂ ਖਬਰਾਂ ਆ ਰਹੀਆਂ, ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ, ਉਹ ਇੱਕ ਚੀਜ਼ ਰਹਿ ਗਈ ਸੀ ਕਿ ਇੱਕ ਹੀ ਜ਼ਿਲ੍ਹਾ ਹੈ ਜਿੱਥੇ ਆਮ ਆਦਮੀ ਪਾਰਟੀ ਦਾ ਜਾਦੂ ਨਹੀਂ ਚੱਲਿਆ, ਤਾਂ ਉਹ ਹੈ ਕਪੂਰਥਲਾ, ਜਿੱਥੇ ਉਹਨਾਂ ਦੇ ਮਤਲਬ ਕਿ ਕੈਂਡੀਡੇਟ ਸੀਗੇ, ਚਾਹੇ ਉਹ ਕਪੂਰਥਲਾ ਹੋਵੇ, ਫਗਵਾੜਾ ਹੋਵੇ, ਸੁਲਤਾਨਪੁਰ ਹੋਵੇ। ਉੱਥੇ ਜੇ ਤੁਸੀਂ ਦੇਖੋਗੇ ਤਾਂ ਦੂਜੇ ਥਾਂ ਤੇ ਚਲੇ ਗਏ, ਤਾਂ ਭਲੱਥ ਦੇ ਵਿੱਚੋਂ ਤੀਸਰੇ ਸਥਾਨ ਤੇ ਚਲੇ ਗਏ। ਮਤਲਬ ਕਿ ਇੱਕੋ ਇੱਕ ਜ਼ਿਲ੍ਹਾ ਹੈ ਕਪੂਰਥਲਾ ਜਿੱਥੇ ਆਮ ਆਦਮੀ ਪਾਰਟੀ ਦੇ ਪੈਰ ਨਹੀਂ ਲੱਗੇ। ਔਰ ਵੈਸੇ ਜੇ ਤੁਸੀਂ ਦੇਖੋਗੇ ਤਾਂ ਭਲੱਥ ਚੋਂ 3rd ਨੰਬਰ ਤੇ ਹੈ, ਤੇ ਪਿਛਲੀ ਵਾਰੀ ਭਲੱਥ ਚ ਸੁਖਪਾਲ ਸਿੰਘ ਖਹਿਰਾ ਉਹਨਾਂ ਵੱਲੋਂ ਜੇਤੂ ਹੋਏ ਸੀ। ਬਿਲਕੁਲ, ਇਹ ਹਾਂਜੀ, ਇਹ ਇੰਟਰਸਟਿੰਗ ਚੀਜ਼ ਹੈ। ਤਾਂ ਜਿੱਥੋਂ ਤੱਕ ਦੇਖੋ ਮਨਪ੍ਰੀਤ ਸਿੰਘ ਬਾਦਲ ਦੀ ਹਾਰ ਦਾ ਸਵਾਲ ਆ, ਮਨਪ੍ਰੀਤ ਸਿੰਘ ਬਾਦਲ ਦੀ ਹਾਰ ਨਾਲ ਲੋਕਾਂ ਦੀ ਜਿੱਤ ਵੱਡੀ ਹੈ। ਮਨਪ੍ਰੀਤ ਸਿੰਘ ਬਾਦਲ ਫਸ ਗਿਆ ਸੀ, ਉਹਦੇ ਬਾਰੇ ਪਹਿਲਾਂ ਹੀ ਖਬਰਾਂ ਆ ਗਈਆਂ ਸਨ। ਸਾਡੇ ਵਰਗੇ ਵੀ ਚਲੋ ਅੰਦਾਜ਼ਾ ਲਾ ਰਹੇ ਸੀਗੇ ਕਿ ਮਨਪ੍ਰੀਤ ਬਾਦਲ ਵਾਸਤੇ ਬਹੁਤ ਔਖਾ ਹੈ, ਕਿਉਂਕਿ ਮਨਪ੍ਰੀਤ ਬਾਦਲ ਦੇ ਸਾਹਮਣੇ ਜਿਹੜੇ ਸਿੰਗਲਾ ਸਾਹਿਬ ਸੀਗੇ, ਕੁਛ ਉਹਨਾਂ ਨੇ ਵੀ ਸਵਾਲ ਚੁੱਕੇ, ਕੁਛ ਵੜਿੰਗ ਨੇ ਵੀ ਰੌਲਾ ਪਾਇਆ ਕਿ ਰਲ ਗਏ, ਤੇ ਕੁਛ ਦਬਾਅ ਵੀ ਬਣ ਗਿਆ ਇਸ ਕਿਸਮ ਦਾ। ਹੋ ਸਕਦਾ ਕਿ ਵੋਟਾਂ ਕਿਤੇ ਨਾ ਕਿਤੇ ਟ੍ਰਾਂਸਫਰ ਵੀ ਹੋ ਜਾਂਦੀਆਂ, ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ। ਪਰ ਇੰਨੀ ਵੱਡੀ ਜਿਹੜੀ ਜਿੱਤ ਆ, ਉਹਦੇ ਵਿੱਚ ਲੋਕਾਂ ਦਾ ਗੁੱਸਾ ਜਿਹੜਾ, ਖਾਸ ਤੌਰ ਤੇ ਬਠਿੰਡੇ ਵਾਲਿਆਂ ਦਾ ਗੁੱਸਾ ਹੈ ਜਿਹੜਾ, ਉਹ ਸਾਫ਼ ਤੌਰ ਤੇ ਵੇਖਣ ਨੂੰ ਮਿਲਿਆ, ਕਿਉਂਕਿ ਉਹਦੇ ਕਈ ਕਾਰਨ ਨੇ। ਉਹ ਕਾਰਨ ਇਹ ਆ ਕਿ ਇੱਕ ਤਾਂ ਸਭ ਤੋਂ ਵੱਡੀ ਪਛਾਣ ਸੀ ਜਿਹੜੀ ਥਰਮਲ ਦੀ, ਬਠਿੰਡੇ ਵਾਲਿਆਂ ਨੇ ਉਹਨੂੰ ਜਜ਼ਬਾਤੀ ਤੌਰ ਤੇ ਲਿਆ ਕਿ ਮਨਪ੍ਰੀਤ ਸਿੰਘ ਬਾਦਲ ਨੇ ਸਾਡੇ ਨਾਲ ਬਹੁਤ ਮਾੜੀ ਕੀਤੀ ਆ। ਅੱਛਾ, ਸੈਕੰਡ ਚੀਜ਼ ਕਿ ਮਨਪ੍ਰੀਤ ਸਿੰਘ ਬਾਦਲ ਦਾ ਜਿਹੜਾ ਸਾਲਾ ਜੋ ਜੌਹਲ, ਉਹ ਬੜਾ ਉੱਥੇ ਪਾਵਰਫੁਲ ਬੰਦਾ ਸੀਗਾ। ਹੁਣ ਬਾਹਰੋਂ ਆ ਕੇ ਕੋਈ ਕਿਸੇ ਸ਼ਹਿਰ ਤੇ ਜਾਂ ਪਿੰਡ ਤੇ ਆ ਕੇ ਕੋਈ ਰਾਜ ਚਲਾਵੇ, ਡੰਡਾ ਚਲਾਵੇ, ਤਾਂ ਲੋਕ ਉਹਨੂੰ ਸੁਭਾਇਕੀ ਨਹੀਂ ਲੈਂਦੇ। ਬਿਲਕੁਲ, ਲੋਕੀ ਉਹਨੂੰ ਸਧਾਰਨ ਤਰੀਕੇ ਨਾਲ ਨਹੀਂ ਲੈਂਦੇ। ਪੰਜਾਬੀਆਂ ਦੀ ਖਾਸੀਅਤ ਆ। ਫਿਰ ਥਰਡ ਚੀਜ਼ ਇਹ ਆ ਕਿ ਆਪਣੇ ਅਫਸਰ ਲਗਾ ਕੇ ਇੱਕ ਦਹਿਸ਼ਤ ਜੀ ਬਣਾਉਣੀ, ਇੱਥੋਂ ਤੱਕ ਕਿ ਆਪ ਤੇ ਕਹਿੰਦੇ ਕਿ ਮੈਂ ਬਹੁਤ ਸਧਾਰਨ ਹੈ, ਪਰ ਅਰਜਨ ਬਾਦਲ ਦੇ ਨਾਲ ਗਨਮੈਨ ਦਿੱਤੇ ਹੋਏ ਨੇ ਮੁੰਡੇ ਨਾਲ ਵੀ। ਤਾਂ ਇਹ ਚੀਜ਼ਾਂ, ਮੇਅਰ ਜਿਹੜਾ ਸੀ ਉਹ ਗਲਤ ਬਣਾਇਆ ਗਿਆ, ਔਰ ਸ਼ਰਾਬ ਕਾਰੋਬਾਰੀਆਂ ਦਾ ਕਿਤੇ ਨਾ ਕਿਤੇ ਡੰਕਾ ਵੱਜਿਆ। ਫਿਰ ਤਸਕਰੀ ਦੇ ਮਸਲੇ, ਡਿਵੈਲਪਮੈਂਟ ਦਾ ਮਸਲਾ ਉਹ ਤੇ ਆਪਣੀ ਥਾਂ ਤੇ ਹੈ ਹੀ ਹੈ, ਮਾਈਨਿੰਗ ਦਾ, ਇਹ ਸਾਰੀਆਂ ਚੀਜ਼ਾਂ ਜੁੜਦੀਆਂ ਗਈਆਂ। ਇੱਕ ਐਸੀ ਲਹਿਰ ਖੜੀ ਹੋ ਗਈ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਉਲਟ ਕਿ ਜਿਹਦੇ ਤੋਂ ਪਾਰ ਟਾ ਹੀ ਨਹੀਂ ਸੀ ਸਕਦੇ ਉਹ ਜੀ। ਇਸ ਕਰਕੇ ਉਹਨਾਂ ਦੇ ਪੁਰਾਣੇ ਸਾਥੀ ਨੇ 63,000 ਤੋਂ ਵੱਧ ਵੋਟਾਂ ਨਾਲ ਹਰਾਇਆ। ਤਾਂ ਮੇਰੇ ਖਿਆਲ ਦੇ ਨਾਲ ਕਿਸੇ ਫਾਈਨੈਂਸ ਮਿਨਿਸਟਰ ਦਾ, ਕਿਸੇ ਦੇਖੋ ਖਜ਼ਾਨਾ ਮੰਤਰੀ ਦਾ ਇੰਨੇ ਵੱਡੇ ਅੰਤਰ ਨਾਲ ਹਾਰ ਜਾਣਾ ਵੀ ਇੱਕ ਰਿਕਾਰਡ ਹੋਵੇਗਾ। ਔਰ ਕੱਲ ਆਤਿਸ਼ਬਾਜ਼ੀ ਚੱਲਦੀ ਰਹੀ ਆ ਉੱਥੇ ਬਠਿੰਡੇ ਦੇ ਵਿੱਚ, ਔਰ ਵੱਜ ਕੇ ਲੋਕਾਂ ਨੇ ਕਿਹਾ ਕਿ ਖੁਸ਼ੀ ਦਾ ਇਜ਼ਹਾਰ ਜਿਹੜਾ ਆ ਉਹ ਮਨਪ੍ਰੀਤ ਸਿੰਘ ਬਾਦਲ ਦੀ ਵਧਾਈ ਤੇ ਆ ਜੀ, ਇਹ ਵਿਦਾ ਹੋਏ ਨੇ। ਸੋ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿਸੇ
ਐਸੇ ਪਰਿਵਾਰ ਦਾ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਪਿਛੋਕੜ ਹੈ ਰਾਜਨੀਤੀ 'ਚ, ਉਹਨਾਂ ਦੇ ਗੜ੍ਹ ਦੇ ਵਿੱਚ ਇਹ ਹਾਲ ਆ ਤਾਂ ਨਿਰਾਸ਼ਾ ਕਿੰਨੀ ਹੋਏਗੀ, ਲੋਕਾਂ ਦੀ ਨਾਰਾਜ਼ਗੀ ਕਿੰਨੀ ਹੋਏਗੀ ਜੀ। ਇੱਕ ਵੇਖੋ ਕਿ ਰਾਜ ਦੇ ਵਿੱਚ ਉਹਨਾਂ ਦੇ ਕੋਲ ਸਾਰੇ ਮੇਨ ਅਹੁਦੇ ਹੋਣ, ਮੇਨ ਪਦਵੀਆਂ ਬਾਦਲ ਪਰਿਵਾਰ ਕੋ ਹੋਣ, ਮੇਨ ਅਹੁਦਿਆਂ ਦੇ ਕਾਬਜ ਹੋਣ, ਚਾਹੇ ਉਹ ਸਹੁਰਾ ਪਰਿਵਾਰ ਹੋਵੇ ਸੁਖਬੀਰ ਸਿੰਘ ਬਾਦਲ ਹੋਣਾ ਦਾ, ਚਾਹੇ ਉਹ ਕੁੜਮਾ ਵਾਲਾ ਪਰਿਵਾਰ ਹੋਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ। ਅੱਜ ਸਿਰਫ ਇੱਕ ਮੈਂ MP ਨੇ ਉਹਨਾਂ ਕੋ, ਉਹ ਅਗਲੇ ਚੁਣੇ ਜਾਂਦੇ ਨਹੀਂ, ਚੁਣੇ ਜਾਂਦੇ ਸਮੇਂ ਦੀ ਬੁੱਕਲ 'ਚ ਹੈ। ਤੇ ਇੱਕ ਨਵੇਂ ਬਣੇ ਉਹਨਾਂ ਦੇ ਜਿਹੜੇ ਬੀਬਾ ਜੀ ਮਜੀਠੀਏ ਤੋਂ ਨੇ। ਬਾਕੀ ਵੇਖ ਲਓ ਸਾਰੇ ਉਹਦੇ ਸਮੇਂ ਦੇ ਸਮਰੱਥਾ, ਪਰ ਚੱਲਣੀਆਂ ਫਿਰ ਵੀ ਰਹਿੰਦੀਆਂ ਨੇ ਇਹਨਾਂ ਦੀਆਂ। ਆਪਾਂ ਅਗਲੀ ਕਾਲ ਲੈ ਲੈਂਦੇ ਹਾਂ। ਪਟਾਕੇ ਚੱਲੇ ਨੇ ਔਰ ਆਤਿਸ਼ਬਾਜ਼ੀ ਚਲਾਈ ਗਈ ਹੈ ਔਰ ਖੁਸ਼ੀਆਂ ਮਨਾਈਆਂ ਗਈਆਂ ਨੇ ਆਪੋ ਆਪਣੇ ਲੀਡਰ ਦੀ ਜਿੱਤ ਦੇ ਉੱਤੇ। ਦੇਖਦੇ ਹਾਂ ਅਗਲੀ ਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਤਾਂ ਬਸ ਥੋੜਾ ਜਿਹਾ ਬੋਲਣਾ ਸੀਗਾ। ਇੱਕ ਤਾਂ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ ਜੀ, ਜੋ ਉਹਨਾਂ ਨੇ ਕਿੰਨੇ ਚਿਰ ਤੋਂ ਕਹਿੰਦੇ ਆ ਰਹੇ ਸੀ, ਸੁਣਦੇ ਆ ਰਹੇ ਸੀ, ਤਾਂ ਕੀ ਉਹਨਾਂ ਨੇ ਕਰ ਵਿਖਾਇਆ। ਸ਼ਾਬਾਸ਼ ਹੈ ਸਾਰੇ ਪੰਜਾਬੀਆਂ ਨੂੰ। ਤੇ ਦੂਜਾ, ਇੰਨੇ ਜੋਗੇ ਵੀ ਨਹੀਂ ਛੱਡੇ ਵੀ ਉਹ ਜਿਹੜੀ ਲੋਕਾਂ ਨੇ ਸਰਕਾਰ ਚੁਣੀ ਹੈ ਵੀ ਉਹਨੂੰ ਬੈਠ ਕੇ ਸਵਾਲ ਵੀ ਕਰ ਸਕਣ। ਉਹਨਾਂ ਨੇ ਬਿਲਕੁਲ ਹੀ ਚੱਕਦਾ। ਤੇ ਇੱਕ ਨਾ ਛੋਟੀ ਜੀ ਬੁਝਾਰਤ ਸੀਗੀ ਮੇਰੇ ਕੋਲ, ਜੇ ਮੈਨੂੰ ਕਹੋ ਤਾਂ ਮੈਂ ਥੋੜੀ ਪੁੱਛ ਲਾਂ ਜੀ। ਜੀ ਅੱਛਾ ਜੀ, ਇਹ ਬੁੱਝਿਓ ਭਲਾ ਕੌਣ ਹੈ ਇਹ ਕਹਿੰਦੇ ਨੇ ਕਿ ਜੀ ਪਹਿਲਾਂ ਮੇਰਾ ਸਹੁਰਾ ਵੀਰ ਜੀ ਮੈਂ ਬੋਲ ਚੁੱਕਾ ਹੈ, ਮੈਂ ਬੋਲ ਚੁੱਕਾ। ਅੱਛਾ, ਤੁਸੀਂ ਬੋਲ ਚੁੱਕੇ ਹੋ, ਓਕੇ, ਮਿਹਰਬਾਨੀ, ਥੈਂਕ ਯੂ। ਸਰਦਾਰ ਸੁਖਬੀਰ ਸਿੰਘ ਬਾਦਲ ਬੁਝਾਰਤ ਕੀ ਹੈ? ਬੁਝਾਰਤ ਸ਼ਰੇਆਮ ਹੀ ਦੇਖਦੀ ਆ। ਚਲੋ ਐਨੀਵੇ, ਹਾਂਜੀ ਮਿੰਦੂ ਜੀ, ਜਿਹੜੇ ਵੀਰ ਜੀ ਨੇ ਗੱਲ ਕੀਤੀ ਉੱਤੇ ਕੋਈ ਟਿੱਪਣੀ? ਕਾਦੀ ਜੀ, ਮੈਨੂੰ ਸਮਝ ਨਹੀਂ ਆਈ ਕਿ ਗੱਲ ਕੀ ਕੀਤੀ ਹੈ ਨਾ। ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ ਨੇ ਵੀ ਅੱਗੇ ਲਾਂਭਾ ਵਧਾਈਆਂ, ਬਿਲਕੁਲ। ਦੇਖੋ ਵਧਾਈਆਂ ਚਲੋ ਇਹਨਾਂ ਨੇ ਦਿੱਤੀਆਂ, ਪੰਜਾਬੀਆਂ ਨੂੰ ਆਪਾਂ ਵਧਾਈਆਂ ਪਹੁੰਚਦੀਆਂ ਕਰ ਦਿੰਦੇ ਹਾਂ ਕਿ ਠੀਕ ਹੈ ਜੀ ਉਹਨਾਂ ਨੂੰ ਵਧਾਈਆਂ। ਪਰ ਗੱਲ ਇਹ ਆ ਕਿ ਹੁਣ ਉਹ ਕੀ ਬੋਲਣ ਜੋ ਕਿ ਹੈਗੇ ਆ ਜਿਨ੍ਹਾਂ ਦਾ ਸਾਰਾ ਕੁਝ ਇੱਕ ਵਾਰੀ ਲੁੱਟਿਆ ਗਿਆ। ਪਰ ਇਹ ਨਹੀਂ ਹੁੰਦਾ ਕਿ ਰਾਜਨੀਤੀ ਰੁਕਦੀ ਆ। 18 ਸੀਟਾਂ ਕਾਂਗਰਸ ਦੇ ਕੋਲ ਆ। ਹੋ ਸਕਦਾ ਹੈ ਉਹਨਾਂ ਦਾ ਆਪੋਜੀਸ਼ਨ ਦਾ ਲੀਡਰ ਸੁਖਪਾਲ ਖਹਿਰਾ ਹੋਵੇ, ਤਾਂ ਸੁਖਪਾਲ ਖਹਿਰਾ ਕੀ ਬੋਲੇਗਾ? ਨਹੀਂ ਹੋ ਸਕਦਾ ਉਹਨਾਂ ਦਾ ਆਪੋਜੀਸ਼ਨ ਦਾ ਲੀਡਰ ਰਾਜਾ ਵੜਿੰਗ ਹੋਵੇ, ਹਾਂ ਬੋਲੂਗਾ, ਬੋਲੇਗਾ ਬੋਲੂਗਾ। ਸੁਖਜਿੰਦਰ ਰੰਧਾਵਾ ਕਿਉਂ ਨਹੀਂ ਰਾਜਨੀਤੀ ਨਹੀਂ ਰੁਕਦੀ ਹੁੰਦੀ ਸਾਹਿਬ। ਅੱਜ ਅਸੀਂ ਬਹੁਤ ਖੁਸ਼ੀਆਂ ਮਨਾ ਰਹੇ ਹਾਂ। ਇਹਨਾਂ ਹੀ ਮੋਹਾਂ ਦੇ ਨਾਲ ਅਸੀਂ ਪਾਲਿਸੀਆਂ ਨੂੰ ਕ੍ਰਿਟਿਸਾਈਜ਼ ਵੀ ਕਰਨਾ। ਇਹਨਾਂ ਨੂੰ ਰੱਖ ਲਿਓ, ਦੇਖੋ ਜੀ, ਇਹਨਾਂ ਨੂੰ ਧਿਆਨ ਰੱਖ ਲਿਓ ਕਿ ਅਸੀਂ ਇਹਨਾਂ ਹੀ, ਕੋਈ ਵੀ ਸਰਕਾਰ ਪਰਫੈਕਟ ਨਹੀਂ ਹੁੰਦੀ, ਕੋਈ ਵੀ ਸਰਕਾਰ ਪਰਫੈਕਟ ਨਹੀਂ ਹੁੰਦੀ ਕਿ ਉਹਨੂੰ ਆਪਾਂ ਕਹਿ ਲਈਏ ਕਿ 100 ਚੋਂ 100, ਤਾਂ ਕੁਝ ਗੁੰਜਾਇਸ਼ ਉਹਦੀ ਰਹਿੰਦੀ ਆ। ਸੋ ਠੀਕ ਆ, ਇੱਕ ਬਦਲਾਅ ਹੈ। ਬਦਲਾਅ ਵਾਸਤੇ ਆਪਾਂ ਕਹਿੰਦੇ ਹਾਂ ਕਿ ਪੰਜਾਬ ਨੇ ਉਸ ਬਦਲਾਅ ਨੂੰ ਅਜਮਾਇਆ। ਉਹ ਅਜਮਾਇਸ਼ ਹੈ। ਉਸ ਅਜਮਾਇਸ਼ ਦੇ ਵਿੱਚੋਂ ਕੀ ਨਿਕਲਦਾ ਅੱਗੇ, ਕਿਉਂਕਿ ਆਪੋਜੀਸ਼ਨ ਦੀ ਵੀ ਇੱਕ ਭੂਮਿਕਾ ਹੁੰਦੀ ਹੈ। ਉਹ ਆਪੋਜੀਸ਼ਨ ਵਾਲੇ ਕਿਸ ਤਰ੍ਹਾਂ ਪਲੇ ਕਰਦੇ ਨੇ ਤਾਂ ਜਿਹੜੇ ਸੱਤਾਧਾਰੀ ਉਹ ਕਿਸ ਤਰ੍ਹਾਂ ਪਲੇ ਕਰਦੇ ਆ, ਉਹ ਸਮਾਂ ਹੀ ਨਿਰਧਾਰਿਤ ਕਰੇਗਾ। ਅਗਲੀ ਘੜੀ ਠੀਕ ਆ, ਪਰ ਮੈਂ ਇਹ ਮੰਨਦਾ ਨਾ ਕਿ ਸਾਨੂੰ ਉਸੇ ਤਰ੍ਹਾਂ ਹੀ ਰਹਿਣਾ ਚਾਹੀਦਾ। ਜੇ ਅਸੀਂ ਨਿਊਟਰਲ ਆ ਤਾਂ ਨਿਊਟਰਲ, ਜੇ ਤੁਸੀਂ ਕਿਸੇ ਪਾਰਟੀ ਨਾਲ ਸਟੈਂਡ ਕਰਦੇ ਹੋ ਤਾਂ ਭਾਈ ਤੁਸੀਂ ਆਪਣਾ ਪੱਧਰ। ਬਿਲਕੁਲ ਬਿਲਕੁਲ। ਸਾਨੂੰ ਸਵੇਰੇ ਗੁੱਡ ਮਾਰਨਿੰਗ ਸ਼ੋਅ ਦੇ ਵਿੱਚ ਗੁਰਦੀਪ ਸਿੰਘ ਮਾਮੂ, ਜੋ ਇੱਥੇ ਨਾਰਥ ਅਮਰੀਕਾ ਕਹਿ ਲਓ ਜਾਂ ਕੈਨੇਡਾ ਦੀ ਜਿਹੜੀ ਓਨਟਾਰੀਓ ਦੀ ਇਕਾਈ ਦੇ ਮਤਲਬ ਸੀਨੀਅਰ ਪੁਰਾਣੇ ਇਹਨਾਂ ਦੇ ਲੀਡਰ ਨੇ, ਵਰਕਰ ਨੇ ਇੱਥੇ ਜਿਹੜੇ, ਔਰ ਉਹਨਾਂ ਨੇ ਪ੍ਰਬੰਧ ਕੀਤਾ ਸੀਗਾ ਜੰਗੀ ਪੱਧਰ ਦੇ ਉੱਤੇ। ਉਹ ਸਿੰਗਲਾ ਸਾਹਿਬ ਜਿਹੜੇ ਨੇ ਉਹ ਸਾਡੇ ਸਟੂਡੀਓ ਦੀ ਹੌਟਲਾਈਨ 'ਤੇ ਰਾਤੀ ਬੋਲੇ ਵੀ ਦੋਨੋਂ ਵੀਰ। ਸਵੇਰੇ ਗੁਰਦੀਪ ਸਿੰਘ ਮਾਮੂ ਗੁੱਡ ਮਾਰਨਿੰਗ ਸ਼ੋਅ ਦੇ ਵਿੱਚ ਲੱਡੂਆਂ ਦਾ ਡੱਬਾ ਲੈ ਕੇ ਰੰਗਲਾ ਪੰਜਾਬ ਦੇ ਵਿੱਚ ਪਹਿਲੀ ਵਾਰ 1997 ਤੋਂ ਮੈਂ ਵੇਖਿਆ ਕਿ ਬੜੀਆਂ ਪਾਰਟੀਆਂ ਆਈਆਂ, ਬੜੀਆਂ ਚੋਣਾਂ ਹੋਈਆਂ, ਚਾਹੇ ਉਹ ਮੈਂਬਰ ਪਾਰਲੀਮੈਂਟ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਉੱਥੇ ਸਰਕਾਰ ਚੁਣੀ ਗਈ। ਅਸੀਂ ਕ੍ਰਿਟਿਸਾਈਜ਼ ਕਰਦੇ ਹਾਂ ਜੀ, ਕਰਦੇ ਰਵਾਂਗੇ। ਔਰ ਮੂੰਹ ਮਿੱਠਾ ਕਰਾਉਣ ਤੋਂ ਬਾਅਦ ਵੀ ਮੈਂ ਉਹਨਾਂ ਨੂੰ ਕਿਹਾ ਵੀਰੇ ਤੁਸੀਂ ਆਏ ਹੋ, ਵੈਲਕਮ ਜੀ ਆਇਆਂ ਨੂੰ। ਪਹਿਲੀ ਵਾਰ ਕਿਸੇ ਨੇ ਸਾਨੂੰ ਮੂੰਹ ਮਿੱਠਾ ਕਰਵਾਇਆ ਕਿ ਸਾਡੀ ਆਮ ਬੰਦਿਆਂ ਦੀ ਜਿੱਤ ਹੋਈ ਹੈ, ਧੰਨਵਾਦ। ਪਰ ਸਵਾਲ ਸਾਡੇ ਉੱਥੇ ਦੇ ਉੱਥੇ ਹੀ ਰਹਿਣਗੇ। ਸਵਾਲ ਜਦੋਂ ਕੋਈ ਭਗਵੰਤ ਮਾਨ ਹੈ, ਜੇ ਮੁੱਖ ਮੰਤਰੀ ਕੋਈ ਬਿਆਨ ਦਿੰਦਾ ਹੈ, ਉਹਦੇ ਬਿਆਨ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਇਹ ਭਰਮਾਉਣ ਵਾਲਾ ਹੈ ਜਾਂ ਮਤਲਬ ਭੁਲੇਖਾ ਪਾਊ ਹੈ, ਤੇ ਅਸੀਂ ਗੱਲ ਕਰਾਂਗੇ, ਕਰਦੇ ਰਵਾਂਗੇ। ਸਾਡਾ ਮਤਲਬ ਇੱਕ ਪੇਸ਼ਾ ਹੈ ਤੇ ਇਸ ਪੇਸ਼ੇ ਨੂੰ ਅਸੀਂ ਕਦੇ ਵੀ ਜਿਹੜਾ ਹੈ ਉਹ ਪਿੱਠ ਨਹੀਂ ਵਿਖਾਈ। ਬਾਕੀ ਜਿਹੜੀ ਤੁਸੀਂ ਨੀਟੋ ਦੀ ਗੱਲ ਕੀਤੀ ਹੈ, ਕੋਸ਼ਿਸ਼ ਤਾਂ ਅਸੀਂ ਇਹੀ ਕਰਦੇ, ਪਰ ਠੱਪੇ ਫਿਰ ਵੀ ਲੱਗਦੇ ਹੀ ਰਹਿੰਦੇ ਨੇ ਜੀ। ਆਓ ਅਗਲੀ ਕਾਲ ਤੇ ਚੱਲਦੇ ਹਾਂ ਜੀ। ਹੈਲੋ ਹਾਂਜੀ ਚਾਵਲਾ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਚਾਵਲਾ ਸਾਹਿਬ, ਮੈਂ ਉਹੀ ਪੁੱਛਣਾ ਸੀਗਾ ਕਿ ਜਿਹੜੇ ਵਿਰੋਧੀ ਧਿਰ ਆ ਹੁਣ ਉਹਦੇ ਵਿੱਚ
ਜਿਹਨੂੰ ਇਹ ਵਿਰੋਧੀ ਧਿਰ ਦਾ ਨੇਤਾ ਵੀਰ ਜੀ ਅਜੇ ਤਾਂ ਹੁਣ ਸਮੇਂ ਤੋਂ ਪਹਿਲਾਂ ਆਣਾ ਸੀ ਤੇ ਇਹ ਨਾ ਮਿੰਟੂ ਜੀ ਜਵਾਬ ਦੇ ਸਕਦੇ ਨਾ ਮੈਂ ਦੇ ਸਕਦਾ। ਨਹੀਂ ਐਜ਼ ਏ ਉਹਦਾ ਮਤਲਬ ਪ੍ਰੋਟੈਕਸ਼ਨ ਤੁਹਾਡੀ ਕੀ ਹੋ ਸਕਦੀ ਕਿ ਕਿਹੜਾ ਬੰਦਾ ਮੋਰੇ ਆਊਗਾ। ਇੱਕ ਇਹ ਤੇ ਸੈਂਟਰ ਦੇ ਵਿੱਚ ਹੁਣ ਜਿੱਦਾਂ ਲਗਾਮਾਂ ਖੁੱਲੀਆਂ ਆ ਕਿ ਮਤਲਬ ਜਿਹੜੀ ਬੀਜੇਪੀ ਦੀਆਂ ਉਹ ਕਦੀ ਕੁਛ ਕਰ ਰਹੀ ਆ ਕਦੀ ਕੁਛ ਕਰ ਰਹੀ ਆ। ਉਹਦੇ ਵਿੱਚ ਜਿੱਦਾਂ ਡਾਕਟਰ ਮਨਮੋਹਨ ਸਿੰਘ ਹੋਣਾ ਦੀ ਸਰਕਾਰ ਨਿਕਲ ਗਈ ਆ ਪਿਛਲੇ 7-8 ਸਾਲਾਂ ਤੋਂ, ਉਸ ਤੋਂ ਬਾਅਦ ਕਾਂਗਰਸ ਕਿਤੇ ਵੀ ਨਹੀਂ ਆਪਣਾ ਮਤਲਬ ਕੁਛ ਵੀ ਕਰ ਰਹੀ, ਨਾ ਕੋਈ ਗੱਲਬਾਤ ਕਿਸੇ ਵੀ ਸਟੇਟ ਦੇ ਵਿੱਚ ਕਰ ਰਹੀ। ਕਾਂਗਰਸ ਇਹਦਾ ਕੀ ਮਤਲਬ ਹੈ ਕਾਂਗਰਸ ਹੁਣ ਖਤਮ ਹੋ ਗਈ। ਇਹ ਸਵਾਲ ਦਾ ਜਵਾਬ ਅਸੀਂ ਦੇ ਚੁੱਕੇ ਤੁਹਾਡੇ ਦੋਨਾਂ ਦਾ, ਤੁਸੀਂ ਲੇਟ ਜੁੜੇ ਹੋ। ਅਸੀਂ ਹੁਣ ਤੁਹਾਇਆ ਕੀਤਾ ਕਿ ਅਸੀਂ ਰਿਪੀਟ ਕੁਐਸਚਨ ਦਾ ਜਵਾਬ ਨਹੀਂ ਦੇਣਾ, ਦੋਨਾਂ ਦਾ ਜਵਾਬ ਦੇ ਚੁੱਕੇ ਹਾਂ। ਥੈਂਕ ਯੂ ਤੁਹਾਡਾ। ਮਿੰਟੂ 8 ਵਜੇ ਸ਼ੋਅ ਸ਼ੁਰੂ ਹੁੰਦਾ, ਕੋਸ਼ਿਸ਼ ਕਰ ਲਿਆ ਕਰੋ ਜੇ ਰੇਡੀਓ ਟੈਲੀਵਿਜ਼ਨ ਤੁਸੀਂ ਦੇਖਦੇ ਹੋ 8 ਵਜੇ ਆਨ ਕਰ ਲਿਆ ਕਰੋ। ਲਗਾਤਾਰ 2-4 ਮਿੰਟ ਵਪਾਰੀ ਸੱਜਣਾਂ ਦੇ ਸਨੇਹੇ ਹੁੰਦੇ ਨੇ, ਉਹ ਵੀ ਸੁਣ ਲਿਆ ਕਰੋ, ਸਾਨੂੰ ਸਪਾਂਸਰ ਕਰਦੇ। ਜੇ ਟਰੱਕ ਚਲਾਉਂਦੇ ਹੋ ਤਾਂ ਫਿਰ ਸਾਨੂੰ 8 ਵਜੇ ਆਨ ਕਰ ਲਿਆ ਕਰੋ। ਇਸ ਸਵਾਲ ਦਾ ਜਵਾਬ ਮਿੰਟੂ ਜੀ ਦੇ ਚੁੱਕੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਵੀ ਮਿੰਟੂ ਸਾਹਿਬ ਨੂੰ, ਉਹਨਾਂ ਨੂੰ ਵੀ, ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਬੜੀ ਖੁਸ਼ੀ ਹੋਈ ਹੈ, ਬੜੀ ਚੰਗਾ ਲੱਗਿਆ ਪਿਆ। ਨਵੀਂ ਪਾਰਟੀ ਆਈ, ਬੜੀ ਆਸ ਬੰਨ੍ਹਦੇ ਸੀ ਕੋਈ ਨਵਾਂ ਹੋਰ ਬਦਲ ਆਵੇ। ਬਦਲ ਆਇਆ, ਬਦਲ ਆਉਣਾ ਵੀ ਚਾਹੀਦਾ ਹੈ, ਬਦਲ ਬਹੁਤ ਜ਼ਰੂਰੀ ਆ। ਦੇਖੋ ਹੁਣ ਜਿੱਦਾਂ ਮਿੰਟੂ ਉਹਨਾਂ ਨੇ ਕਿਹਾ ਵੀ ਇੰਨੀ ਖੁਸ਼ੀ ਟੱਪ ਕੇ ਨਾ ਮਨਾਓ, ਥੋੜਾ ਹੌਲੀ ਚੱਲੋ ਤੇ ਦੇਖੋ ਜੋ ਕਰਨਗੇ ਪਤਾ ਲੱਗ ਜਾਣਾ। ਕਿ ਇੱਕ ਉਹਨਾਂ ਨੇ ਦੱਸਿਆ ਪੋਲੀਟਿਕਸ ਵਿੱਚ ਕਦੇ ਵੀ 2-2 4 ਨਹੀਂ ਹੁੰਦੇ। ਇਹ ਪੋਲੀਟਿਕਸ ਬਾਰੇ ਜਿਹੜੇ ਬੜੇ ਇਹਨਾਂ ਨੂੰ ਕਈ ਪਾਸੇ ਦੇ ਸਾਂਭਣਾ ਪੈਂਦਾ, ਕਈ ਪਾਸਿਓਂ ਦੇਖਣਾ ਪੈਂਦਾ। ਤੇ ਸੋ ਪਰਫੈਕਟ ਕਦੇ ਨਹੀਂ ਇਹਨਾਂ ਹੋਣਾ ਤੇ ਸਾਨੂੰ ਮੁੜ ਕੇ ਫਿਰ ਤੁਹਾਨੂੰ ਗੁਰਦਾਸ ਸਿੰਘ ਜੀ ਕੁਐਸਚਨ ਕਰਨੇ ਪੈਣੇ ਆ। ਇਹ ਇੰਨੇ ਕੰਮ ਉਹ ਸੰਭਾਲਣੇ ਕੋਈ ਸੌਖੀ ਗੱਲ ਨਹੀਂ ਹੈਗੀ। ਪੰਜਾਬ ਕਿਤੇ ਲੈ ਗਿਆ ਇਹ ਜਿਹੜੀ ਦੋਨੋਂ ਪਾਰਟੀਆਂ ਸੀਗੀਆਂ, ਹੁਣ ਉਹ ਮੁੜ ਕੇ ਜਿਹੜਾ ਖਿਲਾਰਾ ਪਿਆ ਉਹਨੂੰ ਚੱਕਣਾ ਵੀ ਬਹੁਤ ਸੌਖੀ ਗੱਲ ਨਹੀਂ। ਜਿਹੜੇ ਕਹਿੰਦੇ ਅਸੀਂ 1000 ਰੁਪਇਆ ਹੁਣ ਦੇਵਾਂਗੇ, ਉਹ ਪੂਰੀਆਂ ਕਰਨੀਆਂ ਉਹਨਾਂ ਨੇ। ਦੇਖੋ ਤੇਲ ਝਾਲ ਦੇਖੋ, ਪਰਮਾਤਮਾ ਕਰੇ ਚੰਗਾ ਹੀ ਕਾਰਨ। ਬਾਕੀ ਸਾਡੇ ਲੋਕਾਂ ਦੀ ਜਿੱਤ ਆ, ਇਹ ਇੱਕ ਬਦਲ ਚਾਹੁੰਦੇ ਸੀਗੇ। ਸਾਡੇ ਮੋਰਚੇ ਵਾਲਿਆਂ ਦਾ ਬੜਾ ਦੇਰ ਸੀ, ਪਰ ਇੱਕ ਲੱਖਾ ਸਾਲ ਬੜਾ ਦੁੱਖ ਹੋਇਆ, ਉਹਨੂੰ ਜਿੱਤ ਸਕਿਆ। ਮੈਨੂੰ ਬਹੁਤ ਦੁੱਖ ਲੱਗਿਆ ਉਹਦਾ। ਸਤਿ ਸ਼੍ਰੀ ਅਕਾਲ। ਲੱਖਾ ਸਿਧਾਣਾ ਨਹੀਂ ਜਿੱਤ ਸਕਿਆ, ਚਲੋ ਸਮੇਂ ਦੀ ਚਾਲ ਹੈ, ਮਿਹਨਤ ਕਰੂਗਾ। ਕਿੱਥੇ ਕਮਜ਼ੋਰੀਆਂ ਰਹੀਆਂ ਨੇ, ਕਿੱਥੇ ਛਵੀ ਉਹਨਾਂ ਦੀ ਢਿੱਲੀ ਰਹੀ ਹੈ, ਕਿੱਥੇ ਉਹਨਾਂ ਦੀ ਵੋਟ ਬੈਂਕ ਨੂੰ ਖੁਰਾ ਲੱਗਾ। ਇਸੇ ਤਰ੍ਹਾਂ ਸਰਦਾਰ ਸਿਮਰਜੀਤ ਸਿੰਘ ਮਾਨ ਨਹੀਂ ਬਣੀ ਗੱਲ ਉਹਨਾਂ ਦੀ ਵੀ। ਮਿੰਟੂ ਜੀ ਇਸ ਤੋਂ ਪਹਿਲਾਂ ਇਹ ਗੱਲ ਮੇਰਾ ਆਖਰੀ ਕੁਐਸਚਨ ਆ, ਕਾਲ ਲੈ ਲੈਣੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਇਹ ਸੀ ਜੀ, ਚਾਵਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਤੇ ਜੇ ਅੱਗੇ ਹੁਣ ਜੀ ਰਾਜ ਸਭਾ ਦੀਆਂ ਚੋਣਾਂ ਵੀ ਮੇਰੇ ਖਿਆਲ ਨਾਲ ਪੰਜਾਬ ਦੇ ਵਿੱਚ ਆ ਰਹੀਆਂ ਨੇ ਜੀ, ਤੇ ਉਹਦੇ ਚ ਫਿਰ ਆਮ ਆਦਮੀ ਪਾਰਟੀ ਬਣੀ, ਹੁਣ ਕਿਹੜੇ ਮੈਂਬਰ ਹੋਣਗੇ? ਪੰਜਾਬ ਦੇ ਹੋਣਗੇ ਜਾਂ ਪੰਜਾਬ ਦੇ ਬਾਹਰੋਂ ਹੋਣਗੇ ਜੀ? ਕੀ ਹਿਸਾਬ? ਬਿਲਕੁਲ, ਚਲੋ ਇਹ ਵੀ ਸਵਾਲ ਵੱਡਾ, ਪਰ ਇੱਕ ਜ਼ਰੂਰ ਆ ਕਿ ਕਿਸੇ ਸੂਬੇ ਦਾ ਗਵਰਨਰ ਜ਼ਰੂਰ ਕੈਪਟਨ ਸਾਹਿਬ ਲੱਗ ਸਕਦੇ ਨੇ, ਇਹ ਮੈਂ ਕਹਿ ਸਕਦਾ। ਹਾਂਜੀ ਦੇਖੋ, ਜਿੱਥੋਂ ਤੱਕ ਪਿਛਲੇ ਕਾਲਰ ਦਾ ਸਵਾਲ ਸੀ, ਤਾਂ ਮੇਰੇ ਖਿਆਲ ਦੇ ਨਾਲ ਉਹ ਮੁੱਖ ਮੁਕਾਬਲਾ ਤਿੰਨਾਂ 'ਚ ਰਹੇਗਾ CLP ਦੇ ਵਾਸਤੇ। ਜਾਂ ਤਾਂ ਕਹਿ ਲਓ ਕਿ ਰੰਧਾਵਾ, ਵੜਿੰਗ ਜਾਂ ਖਹਿਰਾ। ਤਾਂ ਖਹਿਰਾ ਉਹਨਾਂ ਤਿੰਨਾਂ 'ਚ ਜੇ ਆਪਾਂ ਕੋਲ 3 ਆਪਸ਼ਨ ਆਉਣ ਤਾਂ ਆਪਾਂ ਮੇਰੇ ਖਿਆਲ ਦੇ ਨਾਲ ਸਾਰਿਆਂ 'ਚੋਂ ਬਹੁਤ ਗਿਣਤੀ 'ਚ ਜਾਵਾਂਗੇ ਖਹਿਰੇ ਦੇ ਨਾਲ। ਸੈਕੰਡ ਜਿਹੜੀ ਗੱਲ ਹੈ ਕਿ ਕਾਂਗਰਸ ਵਾਸਤੇ ਵਾਕਈ ਭਿਆਨਕ ਸਮਾਂ ਆਉਣ ਵਾਲਾ, ਕਿਉਂਕਿ ਜਿਵੇਂ ਆਮ ਆਦਮੀ ਪਾਰਟੀ ਗਰੋ ਕਰੇਗੀ, ਉਹ ਨੈਸ਼ਨਲ ਪਾਰਟੀ ਬਣਨ ਦੀ ਬਿਲਕੁਲ ਦਹਿਲੀਜ਼ ਤੇ ਆ। ਜਿਵੇਂ ਉਹ ਗਰੋ ਕਰੇਗੀ, ਤਿਵੇਂ ਕਾਂਗਰਸ ਵਾਸਤੇ ਸੰਕਟ ਹੋਰ ਵੀ ਤਕੜੇ ਹੁੰਦੇ ਜਾਣ। ਸੋ ਰਹੀ ਗੱਲ ਜਿਹੜੀ ਰਾਜ ਸਭਾ ਦੇ ਇਲੈਕਸ਼ਨ ਦੀ, ਤਾਂ ਰਾਜ ਸਭਾ ਦਾ ਇਲੈਕਸ਼ਨ ਜਿਹੜਾ ਹੈ ਉਹ ਇੱਥੇ ਹੀ ਭੇਜਣਗੇ ਮੇਰੇ ਖਿਆਲ ਦੇ ਨਾਲ। ਉਹਨਾਂ ਦੇ ਕੋਲ ਬੰਦੇ ਹੋਣਗੇ, ਬਥੇਰੇ ਹੁੰਦੇ ਆ, MLA ਤੋਂ ਇਲਾਵਾ ਵੀ ਇਸ ਤਰ੍ਹਾਂ ਹੁੰਦੇ ਆ, ਜਾਂ ਉਹ ਲੈ ਜਾਂਦੇ ਵੱਖ-ਵੱਖ ਖੇਤਰਾਂ 'ਚ। ਹੋ ਸਕਦਾ ਕਿਸੇ ਪੱਤਰਕਾਰ ਨੂੰ ਵੀ ਘੱਲ ਦੇਣ, ਹੋ ਸਕਦਾ ਕਿਸੇ ਕਲਾਕਾਰ ਨੂੰ ਘੱਲ ਦੇਣ, ਹੋ ਸਕਦਾ ਕਿਸੇ ਯੂਨੀਅਨ ਲੀਡਰ ਨੂੰ ਘੱਲ ਦੇਣ, ਕਿਸਾਨ ਆਗੂ ਨੂੰ ਘੱਲ ਦੇਣ, ਕਿਸੇ ਨੂੰ ਵੀ ਘੱਲ ਸਕਦੇ ਆ। ਪਰ ਉਹਨਾਂ ਨੇ ਫੈਸਲਾ ਲੈਣਾ, ਕਿਉਂਕਿ ਉਹਨਾਂ ਦੇ ਕੋਲ ਇਸ ਵੇਲੇ ਬਹੁਤ ਸਾਰੀਆਂ ਸੀਟਾਂ। 5 ਦਾ ਇਲੈਕਸ਼ਨ ਹੋਣਾ ਸਭ ਤੋਂ ਪਹਿਲਾਂ, ਤਾਂ 5 ਵਾਸਤੇ ਮੇਰੇ ਖਿਆਲ ਦੇ ਨਾਲ ਜੇ ਦੇਖੀਏ ਤਾਂ 4 ਤਾਂ ਆਮ ਆਦਮੀ ਪਾਰਟੀ ਦੇ ਪੱਕੇ ਹੋ ਗਏ ਆ, ਤਾਂ 4 ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਨੂੰ ਮਿਲੂਗੇ ਜੀ। ਸਿਮਰਜੀਤ ਸਿੰਘ ਮਾਨ ਨਹੀਂ ਬਣੀ ਗੱਲ, ਲੱਖਾ ਸਿਧਾਣਾ ਨਹੀਂ ਬਣੀ ਗੱਲ, ਪੁੱਛ ਕੇ ਗਏ ਨੇ ਮਿਸੀ ਗੋਸਲ, ਕੀ ਕਹਿਣਾ ਚਾਹੋਗੇ? ਦੇਖੋ, ਲੱਖਾ ਸਿਧਾਣਾ ਤਾਂ ਬਹੁਤ ਬੁਰੀ ਤਰ੍ਹਾਂ ਹਾਰ ਗਿਆ। ਇੱਕ ਤਰ੍ਹਾਂ ਨਾਲ ਕਹਿ ਲਓ ਕੋਈ ਬਹੁਤ ਵੱਡਾ ਫਰਕ ਸੀਗਾ ਲੱਖਾ ਸਿਧਾਣਾ
ਗੱਲ ਇਹ ਆ ਕਿ ਉੱਥੇ ਮੌੜ ਦੇ ਵਿੱਚ ਇਹਨਾਂ ਨੇ ਮਿਹਨਤ ਕੀਤੀ, ਪਰ ਲੋਕ ਕਈ ਵਾਰ ਦੇਖੋ ਗੱਲ ਕੀ ਹੁੰਦੀ ਹੈ ਕਿ ਕਿਸੇ ਪਾਰਟੀ ਦੀ ਚੜ੍ਹਤ ਹੋ ਜਾਂਦੀ ਹੈ। ਐਤਕੀ ਮੈਂ ਜਿਵੇਂ ਕਿਹਾ ਕਿ ਐਤਕੀ ਫੇਸ ਦੀ ਲੜਾਈ ਨਹੀਂ ਸੀ, ਐਤਕੀ ਫੇਸ ਦੀ ਲੜਾਈ ਸੀ। ਫੇਸ ਸਾਰੇ ਰੁਲ ਗਏ ਨੇ, ਫੇਸ ਰੁਲ ਗਏ ਨੇ, ਚਾਹੇ ਕੋਈ ਵੀ ਹੋਵੇ ਉਹਦੇ ਚ, ਚਾਹੇ ਕੋਈ ਲੱਖਾ ਸਿਧਾਣਾ ਫੇਸ ਹੈ, ਚਾਹੇ ਕੋਈ ਸਿੱਧੂ ਫੇਸ ਹੈ ਮੂਸੇਵਾਲਾ, ਚਾਹੇ ਸਿਮਰਨਜੀਤ ਸਿੰਘ ਮਾਨ ਮਤਲਬ ਕਿ ਉਹ ਪੰਥਕ ਫੇਸ ਹੋ ਗਏ, ਚਾਹੇ ਨਵਜੋਤ ਸਿੰਘ ਸਿੱਧੂ ਸੈਲੀਬ੍ਰਿਟੀਜ਼ ਦੇ ਵਿੱਚੋਂ ਜੋ ਸਿਆਸਤ ਹੈ ਉਹਨਾਂ ਚੋਂ ਸਭ ਤੋਂ ਵੱਡਾ ਵਜ਼ਨਦਾਰ ਫੇਸ ਵਗੈਰਾ ਸਭ ਕੁਝ ਚਲੇ ਗਏ। ਲੋਕਾਂ ਨੇ ਫੇਸ ਜਿਤਾਇਆ ਜੀ ਬਈ ਅਸੀਂ ਇਸ ਪਾਰਟੀ ਨੂੰ ਜਿਤਾਉਣਾ ਹੀ ਜਿਤਾਉਣਾ। ਜਦੋਂ ਲੋਕ ਇਹ ਧਾਰ ਲੈਂਦੇ ਆ ਕਿ ਅਸੀਂ ਇਹਨੂੰ ਜਿਤਾਉਣਾ ਹੈ, ਫਿਰ ਹਰਦਾ ਕੌਣ ਹੈ ਕੋਈ ਮਾਇਨੇ ਨਹੀਂ ਰੱਖਦਾ। ਬਿਲਕੁਲ ਜਦੋਂ ਸਿਮਰਨਜੀਤ ਸਿੰਘ ਮਾਨ ਦਾ ਇਹ ਸੀਗਾ ਕਿ ਤੈਅ ਸੀ, ਮੈਂ ਵਾਰ-ਵਾਰ ਬਹੁਤ ਮੰਚਾਂ ਤੋਂ ਬਹੁਤ ਥਾਵਾਂ ਤੋਂ ਸਾਨੂੰ ਫੋਨ ਆਉਂਦੇ ਸਨ, ਕਾਲਰ ਪੁੱਛਦੇ ਸਨ ਕਿ ਭਾਈ ਸਿਮਰਨਜੀਤ ਸਿੰਘ ਮਾਨ ਜਿੱਤੇਗਾ। ਮੈਂ ਆਲਵੇਜ਼ ਕਹਿੰਦਾ ਸੀਗਾ ਕਿ ਵੋਟ ਬਹੁਤ ਪੈ ਸਕਦੀ ਆ, ਵੋਟ ਇਹਨਾਂ ਦੀ ਵਧੇਗੀ, ਡੈਫੀਨੇਟਲੀ ਵਧੇਗੀ, ਔਰ ਡੈਫੀਨੇਟ ਹੋਇਆ ਵੀ। ਵੋਟ ਵਧੀ ਆ, ਵੋਟ 38,000 ਨਹੀਂ ਤੇ ਇਹਨਾਂ ਨੂੰ ਉੱਥੇ 5,000 ਵੋਟ 7,000 ਪੈਣੀ ਸੀ। ਉਹ ਦੋ ਚੀਜ਼ਾਂ ਹੋਈਆਂ ਕਿ ਇੱਕ ਤੇ ਇੱਕ ਇਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਤਾਂ ਸਿੱਖ ਹੀ ਵੋਟ ਨਹੀਂ ਪਾਉਂਦੇ, ਤੇ ਦੂਜਾ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਇੱਕ ਭਾਵਕ ਮਾਹੌਲ ਬਣਿਆ ਕਿਉਂਕਿ ਉਹਨੇ ਪ੍ਰਚਾਰ ਕੀਤਾ ਸੀਗਾ ਝਾੜੂ ਤੇ ਤਲਵਾਰ ਫੜ ਕੇ ਇੱਕ ਸਪੀਚ ਸੀ ਜਿਹੜੀ, ਔਰ ਉਸ ਤੋਂ ਬਾਅਦ ਫਿਰ ਮੌਤ, ਔਰ ਉਸ ਤੋਂ ਬਾਅਦ ਮਾਫ ਕਰਨਾ ਸਿਆਸੀ ਤੌਰ ਤੇ ਉਸ ਮੌਤ ਨੂੰ ਕੁਛ ਵਰਤਿਆ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਉਹ ਫਾਇਦੇਮੰਦ ਰਹੀਆਂ ਨੇ, ਪਰ ਗੱਲ ਇਹ ਸੀ ਕਿ ਤੈਅ ਸੀ ਕਿ ਉਹਨਾਂ ਨੂੰ ਫਾਇਦਾ ਮਿਲੇਗਾ। ਹਾਲਾਂਕਿ ਕਿਸੇ ਦੀ ਮੌਤ ਤੋਂ ਫਾਇਦਾ ਉਹ ਮੈਂ ਜੋੜਦਾ ਠੀਕ ਨਹੀਂ ਲੱਗਦਾ, ਪਰ ਗੱਲ ਇਹ ਕਿ ਫੈਕਟ ਹੈ ਕਿ ਉਸ ਤੋਂ ਬਾਅਦ ਇਹਨਾਂ ਨੂੰ ਫਾਇਦਾ ਜ਼ਰੂਰ ਹੋਇਆ ਰਾਜਸੀ ਤੌਰ ਤੇ। ਤਾਂ ਵੋਟਾਂ ਜਿਹੜੀਆਂ ਤੁਸੀਂ ਦੇਖੋਗੇ, ਅਮਰਗੜ੍ਹ ਦਾ ਇਲੈਕਸ਼ਨ ਹੈ ਜਿਹੜਾ ਉਹ ਇੰਨਾ ਕਲੋਜ਼ ਚੱਲ ਗਿਆ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ 6,000 ਵੋਟ ਦੇ ਫਰਕ ਨਾਲ ਹੀ ਹਾਰਦੇ ਨੇ, ਸਿਰਫ 6,000 ਨਾਲ ਹੀ। ਪਰ ਉਹਦੇ ਚ ਸਭ ਤੋਂ ਵੱਡੀ ਗੱਲ ਸੀ ਜਿਹੜੀ ਅਸੀਂ ਵਾਰ-ਵਾਰ ਉੱਥੋਂ ਧਰਾਤਲ ਤੋਂ ਚੱਕਦੇ ਸਾਂ ਕਿ ਜਿਹੜੇ ਗੱਜਣ ਮਾਜਰਾ ਜੀ ਹੈ ਤੇ ਝੁੰਗਾ ਸਾਹਿਬ ਆ, ਉਹਨਾਂ ਦਾ ਉੱਥੇ ਪੱਕਾ ਰਸੂਖ ਹੈ, ਉਹਨਾਂ ਦੇ ਨਾਲ ਪੱਕੀ ਵੋਟ ਜੁੜੀ ਹੋਈ ਹੈ, ਉਹ ਨਹੀਂ ਟੁੱਟੇਗੀ। ਤੁਸੀਂ ਦੇਖ ਲਓ ਝੁੰਗਾ ਸਾਹਿਬ ਅਕਾਲੀਆਂ ਦੇ ਨਾਲ ਇੰਨੀ ਮਾੜੀ ਹੋਈ ਹੈ, ਬਾਜੂ ਦੇਸ਼ ਤੇ ਉਹਨਾਂ ਦੇ ਕੋਲ ਮੇਰੇ ਖਿਆਲ ਨੂੰ 20-25,000 ਵੋਟ ਰਹੀ ਹੈ ਜੀ। ਸੋ ਇਸ ਕਰਕੇ ਉੱਥੇ ਇਹ ਚੀਜ਼ਾਂ ਜਿਹੜੀਆਂ ਸੀ ਫੈਕਟਰ ਦੇ ਰੂਪ ਚ ਸੀ, ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਾਵਕ ਵੋਟ ਜਿਹੜੀ ਹੈ ਸਿਮਰਨਜੀਤ ਸਿੰਘ ਮਾਨ ਨੂੰ ਬਹੁਤ ਪਈ ਹੈ, ਖਾਸ ਤੌਰ ਤੇ ਸਿੱਖ ਯੂਥ ਦੀ। ਬਹੁਤ ਸ਼ੁਕਰੀਆ ਮਿੰਟੂ ਜੀ। ਇੱਥੇ ਜੈਕ ਲਿਟਨ ਸਾਹਿਬ NDP ਦੇ ਇੱਕ ਲਹਿਰ ਚੱਲੀ ਸੀ ਉਹਨਾਂ ਦੀ, ਸਾਡੇ ਗੁਆਂਢੀ ਸੂਬਾ ਕੁਬਕ NDP ਦੀ ਲਹਿਰ ਚੱਲੀ। ਇੱਕ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਇੱਕ ਕੁੜੀ ਪੇਪਰ ਭਰ ਕੇ ਤੇ ਆਪ ਵਕੇਸ਼ਨ ਤੇ ਚਲ ਗਈ, ਪਤਾ ਹੀ ਨਹੀਂ, ਵੈਸੇ ਹੀ ਭਰ ਦਿੱਤੇ NDP ਵੱਲੋਂ। ਉਹ ਜਦੋਂ ਵਕੇਸ਼ਨ ਤੇ ਗਈ ਉੱਥੇ ਰਿਜ਼ਲਟ ਆਇਆ, ਉਹਨੂੰ ਪਤਾ ਲੱਗਾ ਮੈਂ ਮੈਂਬਰ ਪਾਰਲੀਮੈਂਟ ਬਣ ਗਈ। ਕਿਉਂ ਅੰਜੂ ਜੀ? ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਮੈਂ ਮੈਂਬਰ ਪਾਰਲੀਮੈਂਟ ਬਣ, ਉਹ ਵਕੇਸ਼ਨ ਤੇ ਵੈਸੇ ਹੀ ਇੱਕ ਲਹਿਰ ਚੱਲ ਗਈ, ਉਹਨੂੰ ਪਤਾ ਹੀ ਨਹੀਂ, ਲੜਕੀ ਨੂੰ ਵੈਸੇ ਹੀ ਭਰਤੇ NDP ਤੇ। NDP ਜਿੱਦਾਂ ਤੁਸੀਂ ਕਹਿ ਲਓ ਕਿ ਜਿੱਦਾਂ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਗਿਣਦੇ ਸੀ ਪਹਿਲਾਂ ਵੀ ਇਹ ਨਵੀਂ ਆਈ ਪਾਰਟੀ, NDP ਤਾਂ ਹੈ ਪੁਰਾਣੀ ਪਾਰਟੀ, ਜਿੱਦਾਂ ਸਾਡੇ ਜਗਮੀਤ ਸਿੰਘ ਜੀ ਮਨਾਂ ਦੇ ਵਿਰੋਧੀ ਧਿਰ ਦੇ ਨੇਤਾ ਨੇ, ਉਹ ਉਸੇ ਲਹਿਰ ਚੋਂ ਨਿਕਲੇ ਨੇ ਜਦੋਂ ਇਹ ਗੱਲ ਚੱਲੀ। ਬਟ ਦੇਖੋ ਅੱਜ ਉਹ ਲੜਕੀ ਜਿਹੜੀ ਸੀ ਇੱਕ ਲਹਿਰ ਦਾ ਮਤਲਬ ਚਿਹਰਾ ਨਾ ਕੋਈ ਜਾਣਦਾ ਸੀ, ਨਾ ਕੋਈ ਸਾਈਨ ਬੋਰਡ ਵੀ ਕੋਈ ਨਹੀਂ ਲਾਇਆ ਉਹਨੇ। ਜਦੋਂ ਉਹਦੀ ਇੰਟਰਵਿਊ ਹੋਈ ਮੈਂ ਤਾਂ ਕਹਿੰਦੀ ਵੈਸੇ ਭਰ ਦਿੱਤਾ ਵੀ ਚਲੋ NDP ਜੱਟ ਲਿਖਣ ਦੀ ਮੈਂ ਚਾਹਵਾਨ ਚਾਹੁੰਦੀਆਂ ਉਹਨੂੰ, ਤੇ ਮੈਂ ਪੇਪਰ ਭਰ ਦਿੱਤਾ ਤੇ ਮੈਂਬਰ ਪਾ ਲਈ। ਬਾਕੀ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਕਿ ਜਦੋਂ ਲਹਿਰ ਚੱਲਦੀ ਹੈ ਫਿਰ ਫੇਸ ਨਹੀਂ ਵੇਖੇ ਜਾਂਦੇ, ਫਿਰ ਤਾਂ ਅਗਲੇ ਢੇਰੀ ਲਿਆ ਦਿੰਦੇ ਨੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਲਾਈਨਸ ਫਲੈਸ਼ ਕਰ ਰਹੀਆਂ ਨੇ ਪਰ ਅਗਲੇ ਅਸੀਂ ਜਿਹੜਾ ਹੈ ਸੈਗਮੈਂਟ ਵੱਲ ਵਧਣਾ। ਬਹੁਤ ਬਹੁਤ ਧੰਨਵਾਦ, ਕੱਲ ਕਰਦੇ ਹਾਂ ਗੱਲ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।